ਅੰਦੋਲਨ ਖਤਮ ਹੋਣ ਤੋਂ 7 ਮਹੀਨੇ ਬਾਅਦ ਐਮਐਸਪੀ ਤੇ ਕਮੇਟੀ ਬਣੀ ਹੈ, ਪਰ ਬਣਦੇ ਹੀ ਕਮੇਟੀ ਵਿਵਾਦਾਂ 'ਚ ਆ ਗਈ। ਨਵੀਂ ਕਮੇਟੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਆਪਣੇ ਤਰਕ ਨੇ, ਜਦਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਹੀਂ ਕਮੇਟੀ ਨੂੰ ਲੈ ਕੇ ਅਹਿਮ ਸਵਾਲ ਚੁੱਕੇ ਗਏ ਨੇ। ਐਮਐਸਪੀ यानी कि ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਪੰਜਾਬ ਸਣੇ ਯੂਪੀ, ਹਰਿਆਣਾ ਅਤੇ ਕਈ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੇ ਦਿੱਲੀ ਡੇਰੇ ਲਾਏ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ 1 ਸਾਲ ਤੋਂ ਵੀ ਜ਼ਿਆਦਾ ਸਮਾਂ ਤੱਕ ਚੱਲਦਾ ਰਿਹਾ, ਪਰ ਦਸੰਬਰ 2021 ਨੂੰ ਕੇਂਦਰ ਨੇ ਕਿਸਾਨਾਂ ਨੂੰ ਐਮਐਸਪੀ ਤੇ ਕਮੇਟੀ ਬਣਾਉਣ ਦਾ ਭਰੋਸਾ ਦੇ ਕੇ ਅੰਦੋਲਨ ਖਤਮ ਕਰਵਾ ਦਿੱਤਾ। ਹੁਣ ਕਰੀਬ 7 ਮਹੀਨੇ ਬਾਅਦ ਕਮੇਟੀ ਹੋਂਦ ਚਾਹੀਏ, ਪਰ ਬਣਦਿਆਂ ਹੀ ਕਮੇਟੀ ਤੇ ਵਿਵਾਦ ਖੜਾ ਹੋ ਗਿਆ ਅਤੇ ਸੰਯੁਕਤ ਕਿਸਾਨ ਮੋਰਚੇ ਨੇ ਕਮੇਟੀ ਨੂੰ ਮੁੱਢੋਂ ਖਾਰਿਜ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਮੇਟੀ ਨੂੰ ਅੱਖਾਂ 'ਚ ਕੱਟਾ ਪਾਉਣ ਦੇ ਬਰਾਬਰ ਕਿਹਾ ਹੈ। ਕੇਂਦਰ ਸਰਕਾਰ ਵੱਲੋਂ ਹੁਣੇ ਗਠਿਤ ਕੀਤੀ ਐਮਐਸਪੀ ਸੰਬੰਧੀ ਕਮੇਟੀ ਜਿਹੜੀ ਕਿ ਸਾਡੀ ਮੰਗ ਸੀ, ਉਹਨੂੰ ਅਸੀਂ ਮੁੱਢੋਂ ਹੀ ਰੱਦ ਕਰਦੇ ਹਾਂ, ਕਿਉਂਕਿ ਨੰਬਰ 1 ਇਹ ਕਮੇਟੀ ਦੇ ਵਿੱਚ ਸਾਡੀ ਇੱਕ ਬਹੁਤ ਵੱਡੀ ਸ਼ਰਤ ਇਹ ਸੀ ਕਿ ਇਹਦੇ ਵਿੱਚ ਬਹੁਤ ਸੰਮਤੀ ਸੰਯੁਕਤ ਕਿਸਾਨ ਮੋਰਚੇ ਦੀ ਹੋਣੀ ਚਾਹੀਦੀ ਆ। ਨੰਬਰ 2 ਤੇ ਸ਼ਰਤ ਸੀ ਕਿ ਐਮਐਸਪੀ ਜੋ ਵੀ ਤੈਅ ਹੋਊਗੀ ਉਹਦੀ ਕਾਨੂੰਨੀ ਗਰੰਟੀ ਹੋਣੀ ਚਾਹੀਦੀ ਹੈ ਖਰੀਦ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਮੁਤਾਬਕ ਕੇਂਦਰ ਵੱਲੋਂ ਬਣਾਈ ਕਮੇਟੀ 'ਚ ਐਮਐਸਪੀ ਤੇ ਕਾਨੂੰਨ ਬਣਾਉਣ ਦਾ ਕੋਈ ਵੀ ਜ਼ਿਕਰ नहीं है। जैसा हमें शंका थी, कमेटी के एजेंडा में तीनों आइटम डाल दिए गए हैं। हमने तब बार बार कहा था, उस वक्त भी कहा था कि एमएसपी के सवाल पे अलग कमेटी बनाओ, बाकी सवालों पे अलग कमेटी बनाओ। इस नोटिफिकेशन में कहीं नहीं लिखा गया है कि यह कमेटी कितने समय काम करेगी, कितने टाइम के अंदर अपनी रिपोर्ट देगी। जबकि किसानों के इन्हां इल्जामां ते खेती मंत्री नरेंद्र तोमर ने जवाब दिता है। उन्होंने कहा है कि केंद्र ने वादे मुताबिक कमेटी का गठन किया है। किसान मोर्चा तो कई बार 3 आगुआं दे नाम मंगे गए, पर अजे तक भी उन्हां कोई नाम केंद्र नूं नहीं भेजिया। खेती मंत्री तोमर ने किसान आगुआं नूं कोई भी इतराज कमेटी अगे आके रखने की अपील की है। और प्रधानमंत्री नरेंद्र मोदी जी किसानों के हितों के प्रति प्रतिबद्ध हैं। प्रधानमंत्री जी के घोषणा के अनुसार सरकार ने समिति का गठन कर दिया है, गजट नोटिफिकेशन हो गया है। असल 'ਚ किसानों का इल्जाम है कि कमेटी चों पंजाब नूं तां बाहर रखिया ही गया, नाल ही कमेटी 'ਚ पाए गए ज़्यादातर आगू भाजपा नाल संबंध रखते हैं, जिस कारण किसानों ने कमेटी का बाईकाट करदिआं इस नूं सिरे तो रद्द कर दिता है। ब्यूरो रिपोर्ट, न्यूज़ 18 पंजाब। ਕੇਂਦਰ ਸਰਕਾਰ ਨੇ ਫਸਲਾਂ ਤੇ ਐਮਐਸਪੀ ਨੂੰ ਵਧੇਰੇ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਬਣਾਉਣ ਲਈ ਕਮੇਟੀ ਬਣਾਈ ਹੈ। ਕਮੇਟੀ ਦੀ ਬਣਤਰ ਕੀ ਹੈ ਤੇ ਇਸ ਦੇ ਏਜੰਡੇ ਕੀ ਨੇ, ਇਹ ਰਿਪੋਰਟ ਵੇਖੋ। दिल्ली ਦੀਆਂ ਸਰਹੱਦਾਂ ਤੇ ਕਿਸਾਨਾਂ ਨੇ ਕਰੀਬ 13 ਮਹੀਨੇ ਅੰਦੋਲਨ ਕੀਤਾ। ਕਿਸਾਨ ਅੰਦੋਲਨ ਮੁਲਤਵੀ ਕਰਨ ਸਣੇ ਕੇਂਦਰ ਨੇ ਕਿਸਾਨਾਂ ਨੂੰ ਐਮਐਸਪੀ ਕਮੇਟੀ ਬਣਾਉਣ ਦਾ ਲਿਖਤੀ ਭਰੋਸਾ ਦਿੱਤਾ ਸੀ ਅਤੇ ਸੋਮਵਾਰ ਨੂੰ 7 ਮਹੀਨੇ ਦੇ ਵਕਫੇ ਤੋਂ ਬਾਅਦ ਕਮੇਟੀ ਹੋਂਦ ਚਾਹੀਏ, ਜਿਸ ਦੀ ਕਮਾਂਡ ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੂੰ ਸੌਂਪੀ ਗਈ। संयुक्त किसान मोर्चा के 3 मैंबरां सने 5 मैंबर बाकी किसान जथेबंदियां ने इस कमेटी च शामिल किए गए। इस च सूबा सरकारां दे नुमाइंदियां नूं भी थां मिली है। ग्राफिक राहीं समझदे हां कि आखिर कमेटी च किस नूं थां दित्ती गई है। कमेटी की कमांड साबका खेतीबाड़ी सकत्तर संजय अग्रवाल नूं सौंपी गई है, जो कि कमेटी के चेयरमैन होणगे। इस तो इलावा नीति आयोग के मैंबर रमेश चंद भी इस कमेटी च शामिल किए गए ने। 2 खेतीबाड़ी माहर डॉक्टर CSC शेखर ਅਤੇ डॉक्टर सुखपाल सिंह ਨੂੰ ਵੀ ਸ਼ਾਮਿਲ ਕੀਤਾ ਗਿਆ। ਇਸ ਦੇ ਨਾਲ ਹੀ ਕੌਮੀ ਪੁਰਸਕਾਰ ਜੇਤੂ ਕਿਸਾਨ ਭਾਰਤ ਭੂਸ਼ਣ ਤਿਆਗੀ ਸਣੇ SKM ਦੇ 3 ਮੈਂਬਰ ਸ਼ਾਮਿਲ ਹੋਣਗੇ। ਹਾਲਾਂਕਿ ਫਿਲਹਾਲ SKM ਵੱਲੋਂ ਕਿਸੇ ਵੀ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ, ਜਦਕਿ ਦੂਜੀਆਂ ਕਿਸਾਨ ਜਥੇਬੰਦੀਆਂ ਦੇ 5 ਮੈਂਬਰ ਵੀ ਇਸ ਕਮੇਟੀ 'ਚ ਸ਼ਾਮਿਲ ਕੀਤੇ ਗਏ ਨੇ। CACP ਦੇ ਸੀਨੀਅਰ ਮੈਂਬਰ ਨਵੀਨ P ਸਿੰਘ, ਖੇਤੀਬਾੜੀ ਯੂਨੀਵਰਸਿਟੀ ਸੰਸਥਾਵਾਂ ਦੇ 3 ਸੀਨੀਅਰ ਮੈਂਬਰ ਅਤੇ ਕੇਂਦਰ ਸਰਕਾਰ ਦੇ 5 ਨੁਮਾਇੰਦੇ ਵੀ ਇਸ ਕਮੇਟੀ 'ਚ ਸ਼ਾਮਿਲ ਕੀਤੇ ਗਏ ਨੇ, ਜਿਨ੍ਹਾਂ 'ਚ ਕਰਨਾਟਕਾ, ਆਂਧਰਾ ਪ੍ਰਦੇਸ਼, ਸਿੱਕਮ ਅਤੇ ਓਡੀਸ਼ਾ ਸਰਕਾਰ ਦੇ ਨੁਮਾਇੰਦਿਆਂ ਨੂੰ ਥਾਂ ਦਿੱਤੀ ਗਈ ਹੈ। ਹਾਲਾਂਕਿ ਸੂਬਾ ਸਰਕਾਰ ਦੇ ਨੁਮਾਇੰਦਿਆਂ ਨੂੰ ਕਮੇਟੀ ਦਾ ਹਿੱਸਾ ਬਣਾਇਆ ਗਿਆ ਹੈ, ਪਰ ਪੰਜਾਬ, ਹਰਿਆਣਾ ਅਤੇ ਯੂਪੀ ਸਰਕਾਰਾਂ ਦੇ ਨੁਮਾਇੰਦੇ ਕਮੇਟੀ 'ਚੋਂ ਬਾਹਰ ਰੱਖੇ ਗਏ ਨੇ, ਜਿਸ ਕਾਰਨ ਕਮੇਟੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਅਤੇ ਸੰਯੁਕਤ ਕਿਸਾਨ ਮੋਰਚਾ ਨੇ ਇਸ ਨੂੰ ਰੱਦ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਕੇਂਦਰ ਦੀ ਇਸ ਕਮੇਟੀ ਦਾ ਕੀ ਏਜੰਡਾ ਹੋਵੇਗਾ ਅਤੇ ਕਿਹੜੇ ਮਾਮਲਿਆਂ ਤੇ ਕਮੇਟੀ ਸੁਝਾਅ ਦੇਵੇਗੀ, ਉਹਨਾਂ ਬਾਰੇ ਵੀ ਸਮਝਦੇ ਹਾਂ। ਕਮੇਟੀ ਐਮਐਸਪੀ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਲਈ ਸੁਝਾਅ ਦੇਵੇਗੀ। ਇਸ ਤੋਂ ਇਲਾਵਾ ਕਮਿਸ਼ਨ ਫਾਰ ਖੇਤੀਬਾੜੀ ਲਾਗਤ ਅਤੇ ਕੀਮਤ ਨੂੰ ਵੱਧ ਖੁਦਮੁਖਤਿਆਰੀ ਦੇਣ ਲਈ ਵੀ ਸੁਝਾਅ ਦੇਣਾ ਇਸ ਕਮੇਟੀ ਦਾ ਕੰਮ ਹੋਵੇਗਾ। ਸਮੇਂ ਦੀ ਜ਼ਰੂਰਤ ਮੁਤਾਬਕ ਫਸਲੀ ਵਿਭਿੰਨਤਾ ਲਈ ਫਸਲੀ ਪੈਟਰਨ ਦੀ ਨੀਤੀ ਤਿਆਰ ਕਰਨਾ ਵੀ ਇਸ ਕਮੇਟੀ ਦੇ ਇੱਕ ਕੰਮਾਂ ਚੋਂ ਇੱਕ ਹੈ। ਇਸ ਤੋਂ ਇਲਾਵਾ ਕੁਦਰਤੀ ਖੇਤੀ ਨੂੰ ਪ੍ਰਫੁੱਲਤ ਕਰਨਾ, ਖੇਤੀਬਾੜੀ ਮਾਰਕੀਟਿੰਗ ਸਿਸਟਮ ਨੂੰ ਸਮਝਣਾ ਅਤੇ ਕੁਦਰਤੀ ਖੇਤੀ ਲਈ ਮਾਰਕੀਟਿੰਗ ਸਿਸਟਮ ਬਣਾਉਣ ਲਈ ਸੁਝਾਅ ਦੇਣਾ ਵੀ ਇਸ ਕਮੇਟੀ ਦਾ ਕੰਮ ਹੋਵੇਗਾ। ਇਸ ਤੋਂ ਇਲਾਵਾ ਫਸਲੀ ਪੈਟਰਨ ਦੀ ਮੈਪਿੰਗ ਕਰਨੀ ਅਤੇ ਫਸਲੀ ਵਿਭਿੰਨਤਾ ਲਈ ਫਸਲੀ ਪੈਟਰਨ ਦੀ ਨੀਤੀ ਤਿਆਰ ਕਰਨਾ ਵੀ ਕਮੇਟੀ ਦਾ ਏਜੰਡਾ ਹੋਵੇਗਾ। ਇਸ ਦੇ ਨਾਲ ਹੀ ਮਾਈਕਰੋ ਸਿੰਚਾਈ ਸਕੀਮ ਤੇ ਸੁਝਾਅ ਦੇਣਾ ਅਤੇ ਰਿਵਿਊ ਕਰਨਾ ਵੀ ਕਮੇਟੀ ਦੇ ਏਜੰਡਿਆਂ ਵਿੱਚੋਂ ਇੱਕ ਹੈ। ਕੁੱਲ ਮਿਲਾ ਕੇ ਕਿਸਾਨਾਂ ਅਤੇ ਕੇਂਦਰ ਵਿਚਾਲੇ ਹੁਣ 7 ਮਹੀਨੇ ਬਾਅਦ ਨਵੇਂ ਕਲੇਸ਼ ਨੇ ਜਨਮ ਲੈ ਲਿਆ, ਜਦਕਿ ਕੇਂਦਰ ਦਾ ਕਹਿਣਾ ਹੈ ਕਿ ਇਹ ਕਮੇਟੀ ਕਿਸਾਨਾਂ ਦੀਆਂ ਮੰਗਾਂ ਨੂੰ ਅਤੇ ਉਹਨਾਂ ਨੂੰ ਦਿੱਤੇ ਭਰੋਸੇ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ब्यूरो रिपोर्ट न्यूज़ 18 पंजाब। ਕੇਂਦਰ ਐਮਐਸਪੀ ਕਮੇਟੀ ਨੇ ਕਿਸਾਨਾਂ ਨੂੰ ਮੁੜ ਤੋਂ ਨਾਰਾਜ਼ ਕਰ ਦਿੱਤਾ ਹੈ, ਜਦਕਿ ਭਾਜਪਾ ਦੇ ਵਿਰੋਧੀ ਧਿਰਾਂ ਵੀ ਕਮੇਟੀ ਤੋਂ ਨਾਖੁਸ਼ ਨੇ, ਜਿਸ ਕਾਰਨ ਸਿਆਸਤ ਦੀ ਭਾਂਬੜ ਵਾਂਗ ਭੜਕ ਉੱਠੀ ਹੈ। ਉਦੋਂ ਤੱਕ ਲੜਾਂਗੇ ਜਦੋਂ ਤੱਕ ਮੋਦੀ ਕੋ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਾ ਲੈਂਦੇ। किसान अंदोलन मुलतवी किया है, खत्म नहीं किया। ये बोल किसान आगुआं दे ने जदों 11 दसंबर 2021 ਨੂੰ ਉਹ ਦਿੱਲੀ ਛੱਡ ਕੇ ਪੰਜਾਬ ਵਾਪਸ ਮੁੜ ਰਹੇ ਸੀ। ਪਰ ਹੁਣ ਕੇਂਦਰ ਦੀ ਐਮਐਸਪੀ ਕਮੇਟੀ ਨੂੰ ਲੈ ਕੇ ਅੱਗ ਮੁੜ ਤੋਂ ਭੜਕਣ ਲੱਗੀ ਹੈ। ਕਿਸਾਨਾਂ ਤੋਂ ਪਰੇ ਹਲਚਲ ਸਿਆਸੀ ਬਰੂਹਾਂ ਤੇ ਪਹੁੰਚੀ ਹੈ ਅਤੇ ਵਿਰੋਧੀਆਂ ਨੇ ਭਾਜਪਾ ਨੂੰ ਨਿਸ਼ਾਨੇ ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਆਪ ਨੇ ਪੰਜਾਬ ਨੂੰ ਕਮੇਟੀ ਤੋਂ ਬਾਹਰ ਰੱਖਣ ਤੇ ਸਵਾਲ ਚੁੱਕੇ ਨੇ, ਨਾਲ ਹੀ ਕੇਂਦਰ ਨੂੰ ਐਮਐਸਪੀ ਕਾਨੂੰਨਾਂ ਤੇ ਗੈਰ ਸੰਜੀਦਾ ਦੱਸਿਆ ਹੈ। ਪੰਜਾਬ ਦੇ ਕਿਸਾਨਾਂ ਨੇ 3 ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਇੱਕ ਲੰਬੀ ਜੰਗ ਲੜੀ। ਸਰਕਾਰ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ ਐਮਐਸਪੀ ਦਾ ਕਾਨੂੰਨ ਬਣਾਉਣ ਲਈ ਇੱਕ ਕਮੇਟੀ ਬਣਾਈ ਜਾਵੇਗੀ, ਜਿਸ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਖਤਮ ਕੀਤਾ ਸੀ। ਦੁੱਖ ਦੀ ਗੱਲ ਇਹ ਹੈ ਕਿ ਜਿਹੜੀ ਕਮੇਟੀ ਅੱਜ ਬਣਾਈ ਗਈ ਹੈ ਉਸ ਕਮੇਟੀ ਚੋਂ ਪੰਜਾਬ ਨੂੰ ਬਾਹਰ ਰੱਖਿਆ ਗਿਆ। ਅੱਜ ਤੁਸੀਂ ਜਦ ਕਮੇਟੀਆਂ ਬਣਾ ਰਹੇ ਹੋ, ਪੰਜਾਬ ਦੇ ਕਿਸੇ ਚੀਫ ਮਿਨਿਸਟਰ ਨੂੰ, ਪੰਜਾਬ ਦੇ ਕਿਸੇ ਹੋਰ ਵੱਡੇ ਖੇਤੀ ਵਿਦਵਾਨ ਨੂੰ ਨਹੀਂ ਲੈ ਰਹੇ। ਬਹੁਤ ਦੁੱਖ ਹੋਇਆ। ਬਹੁਤ ਹੀ ਮੈਂ ਕੋਰ ਸਖਤ ਨਿੰਦਾ ਕਰਦਾ ਇਹ ਸਰਕਾਰ ਦੀ। ਉਧਰ ਕਾਂਗਰਸ ਅਤੇ ਅਕਾਲੀ ਦਲ ਨੇ ਵੀ ਆਪ ਦੀ ਹਾਂ 'ਚ ਹਾਂ ਮਿਲਾਈ ਹੈ। ਕਾਂਗਰਸੀ ਆਗੂ ਰਾਜਾ ਵੜਿੰਗ ਨੇ ਇੱਕ ਟਵੀਟ ਕਰਕੇ ਕਿਹਾ ਕਿ ਭਾਜਪਾ ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ, ਜਦਕਿ ਅਕਾਲੀ ਦਲ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੇਂਦਰ ਵੱਲੋਂ ਬਣਾਈ ਐਮਐਸਪੀ ਕਮੇਟੀ ਦੀ ਨਿਖੇਧੀ ਕੀਤੀ ਹੈ। ਐਮਐਸਪੀ ਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਉਹ ਪਹਿਲੀ ਤੇ ਹੈ ਕਿ ਐਮਐਸਪੀ ਦੀ ਗਾਰੰਟੀ, ਔਰ ਦੂਜੀ ਗੱਲ ਹੈ ਕਿ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਹੋਵੇ, ਔਰ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਕੱਲੀ ਐਮਐਸਪੀ ਨਾ ਹੋਵੇ, ਐਮਐਸਪੀ ਦੇ ਉੱਤੇ ਖਰੀਦ ਵੀ ਹੋਵੇ। ਕੱਲੀ ਐਮਐਸਪੀ ਤਾਂ ਅੱਗੇ ਵੀ ਬਹੁਤ ਸਾਰੀਆਂ ਫਸਲਾਂ ਦੇ ਉੱਤੇ ਅਨਾਉਂਸ ਹੁੰਦੀ ਹੈ, ਲੇਕਿਨ ਕਣਕ ਤੇ ਝੋਨੇ ਤੋਂ ਇਲਾਵਾ ਬਾਕੀ ਕਿਸੇ ਦੇ ਉੱਤੇ ਖਰੀਦ ਜਿਹੜੀ ਹੈ ਪੂਰੀ ਨਹੀਂ ਹੁੰਦੀ। ਕੇਂਦਰ ਵਿਰੋਧੀਆਂ ਦੇ ਸਵਾਲਾਂ 'ਚ ਘਿਰੀ ਹੋਈ ਹੈ ਤਾਂ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਵਿਰੋਧੀਆਂ ਨੂੰ ਮੋੜਵੇਂ ਜਵਾਬ ਵੀ ਦਿੱਤੇ ਨੇ। ਖੇਤੀ ਮੰਤਰੀ ਨੇ ਵਿਰੋਧੀਆਂ ਨੂੰ ਕਿਸਾਨ ਵਿਰੋਧੀ ਗਰਦਾਨਿਆ ਅਤੇ ਕਿਹਾ ਹੈ ਕਿ ਵਿਰੋਧੀਆਂ ਦਾ ਇੱਕੋ ਇੱਕ ਮਕਸਦ ਕਿਸਾਨਾਂ ਦੇ ਵਿਕਾਸ ਨੂੰ ਰੋਕਣਾ ਹੈ। और प्रधानमंत्री नरेंद्र मोदी जी किसानों के हितों के प्रति प्रतिबद्ध हैं और आने वाले कल में भी रहेंगे। प्रधानमंत्री जी के घोषणा के अनुसार सरकार ने समिति का गठन कर दिया है, गजट नोटिफिकेशन हो गया है। ਅਸਲ 'ਚ ਕਮੇਟੀ ਨਾਲ ਕਈ ਵਿਵਾਦ ਨੇ, ਜਿਨ੍ਹਾਂ 'ਚ ਸਭ ਤੋਂ ਵੱਡਾ ਕਮੇਟੀ 'ਚੋਂ ਪੰਜਾਬ ਦੀ ਨੁਮਾਇੰਦਗੀ ਨੂੰ ਬਾਹਰ ਰੱਖਣਾ ਹੈ, ਜਿਸ ਕਾਰਨ ਸੰਸਦ 'ਚ ਵੀ ਇਹ ਮੁੱਦਾ ਗੂੰਜਿਆ ਅਤੇ ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਕੰਮ ਰੋਕੂ ਮਤਾ ਪੇਸ਼ ਕੀਤਾ ਹੈ। ਸੰਸਦ 'ਚ ਮਤਾ ਪੇਸ਼ ਕਰਦਿਆਂ ਰਾਘਵ ਚੱਡਾ ਨੇ 0 ਆਵਰ ਮੁਲਤਵੀ ਕਰਕੇ ਐਮਐਸਪੀ ਕਮੇਟੀ ਤੇ ਚਰਚਾ ਕਰਵਾਉਣ ਦੀ ਮੰਗ ਕੀਤੀ ਸੀ। ਫਿਲਹਾਲ ਵਿਰੋਧੀ ਕਮੇਟੀ ਦੇ ਗਠਨ ਨੂੰ ਲੈ ਕੇ ਕੇਂਦਰ ਤੇ ਹਾਵੀ ਹੁੰਦੇ ਨਜ਼ਰ ਆ ਰਹੇ ਨੇ। ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਕੇਂਦਰ ਨੇ ਐਮਐਸਪੀ ਤੇ ਕਮੇਟੀ ਦਾ ਗਠਨ ਕੀਤਾ ਹੈ, ਜਿਸ ਦੇ ਏਜੰਡੇ 'ਚ ਖੇਤੀ ਜਿਣਸਾਂ ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਸੁਚਾਰੂ ਬਣਾਉਣ ਨੂੰ ਸ਼ਾਮਿਲ ਕੀਤਾ ਗਿਆ ਹੈ। ਪਰ ਐਮਐਸਪੀ ਦਾ ਮੁੱਦਾ ਆਇਆ ਕਿੱਥੋਂ ਤੇ ਕਿਸਾਨੀ ਅੰਦੋਲਨ ਦੀ ਇਸ ਪੂਰੇ ਮਾਮਲੇ ਤੇ ਕੀ ਭੂਮਿਕਾ ਹੈ, ਇਸ ਨੂੰ ਸਮਝਣ ਦੀ ਲੋੜ ਹੈ।
ਸਮਾਂ ਸੀ ਸਤੰਬਰ 2020 ਜਦੋਂ 17 ਸਤੰਬਰ ਨੂੰ ਲੋਕ ਸਭਾ ਅਤੇ 20 ਸਤੰਬਰ 2020 ਨੂੰ ਰਾਜ ਸਭਾ 'ਚ 3 ਖੇਤੀ ਕਾਨੂੰਨਾਂ ਨੂੰ ਪਾਸ ਕੀਤਾ ਗਿਆ। ਹਾਲਾਂਕਿ ਕਾਨੂੰਨ ਬਣਨ ਤੋਂ ਪਹਿਲਾਂ 3 ਆਰਡੀਨੈਂਸਾਂ ਦੇ ਰੂਪ 'ਚ ਕਿਸਾਨਾਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ, ਪਰ ਕਾਨੂੰਨ ਬਣਦਿਆਂ ਹੀ ਪੰਜਾਬ 'ਚ ਕੇਂਦਰ ਦੇ 3 ਖੇਤੀ ਕਾਨੂੰਨਾਂ ਖਿਲਾਫ ਵੱਡੀ ਮੂਵਮੈਂਟ ਸ਼ੁਰੂ ਹੋ ਗਈ। 26 ਨਵੰਬਰ ਨੂੰ ਪਹਿਲਾਂ ਤੋਂ ਹੀ ਪ੍ਰਦਰਸ਼ਨਾਂ 'ਚ ਲੱਗੇ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਫੈਸਲਾ ਲਿਆ। ਪੰਜਾਬ ਨਾਲ ਲੱਗਦੇ ਹਰਿਆਣਾ ਦੇ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਸਣੇ ਕਈ ਹੋਰਨਾਂ ਰਸਤਿਆਂ ਰਾਹੀਂ ਕਿਸਾਨਾਂ ਨੇ ਦਿੱਲੀ ਦਾ ਰਾਹ ਫੜਿਆ। ਹਾਲਾਂਕਿ ਹਰਿਆਣਾ ਦੇ ਬਾਰਡਰਾਂ ਤੇ ਹੀ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸਾਨ ਰਾਤੋਂ ਰਾਤ ਦਿੱਲੀ ਜਾ ਪਹੁੰਚੇ ਅਤੇ ਦਿੱਲੀ ਦੇ ਬਾਰਡਰਾਂ ਨੂੰ ਘੇਰਾ ਪਾ ਕੇ ਉੱਥੇ ਹੀ ਪੱਕੇ ਡੇਰੇ ਲਾ ਕੇ ਬੈਠ ਗਏ। ਅੰਦੋਲਨ ਕਰੀਬ 13 ਮਹੀਨੇ ਚੱਲਿਆ। ਇਸ ਦੌਰਾਨ ਕਿਸਾਨਾਂ ਨੂੰ ਖਦੇੜਨ ਤੋਂ ਲੈ ਕੇ ਮਨਾਉਣ ਤੱਕ ਦੀਆਂ ਕਈ ਕੋਸ਼ਿਸ਼ਾਂ ਹੋਈਆਂ। ਕੇਂਦਰ ਨਾਲ ਮੀਟਿੰਗਾਂ ਹੋਈਆਂ ਅਤੇ ਉੱਥੋਂ ਹੀ MSP ਦੇ ਮੁੱਦੇ ਨੇ ਵੀ ਜਨਮ ਲਿਆ। ਕਿਸਾਨ ਪਹਿਲਾਂ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਅੜੇ ਅਤੇ ਫਿਰ ਹੋਰਨਾਂ ਮੰਗਾਂ ਸਣੇ MSP ਤੇ ਕਾਨੂੰਨ ਬਣਾਉਣ ਦੀ ਮੰਗ ਨੂੰ ਵੀ ਇਹਨਾਂ ਮੁੱਦਿਆਂ 'ਚ ਸ਼ਾਮਿਲ ਕੀਤਾ ਗਿਆ। ਪਰ ਆਖਿਰਕਾਰ 11 ਦਸੰਬਰ 2021 ਨੂੰ ਕਿਸਾਨਾਂ ਨੇ ਕਿਸਾਨ ਅੰਦੋਲਨ ਮੁਲਤਵੀ ਕਰ ਦਿੱਤਾ। ਪਰ ਇਸ ਤੋਂ ਪਹਿਲਾਂ ਕਿਸਾਨਾਂ ਨੇ ਕੇਂਦਰ ਤੋਂ MSP ਕਮੇਟੀ ਬਣਾਉਣ ਦਾ ਭਰੋਸਾ ਲਿਆ, ਜਿਸ ਤੇ ਸੋਮਵਾਰ 18 ਜੁਲਾਈ 2022 ਨੂੰ ਕੇਂਦਰ ਨੇ ਕਮੇਟੀ ਦਾ ਗਠਨ ਕਰ ਦਿੱਤਾ ਹੈ। ਕਿਸਾਨ ਅੰਦੋਲਨ ਦੌਰਾਨ ਵੀ ਖੇਤੀ ਮੰਤਰੀ ਨਰਿੰਦਰ ਤੋਮਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ-ਵਾਰ ਕਹਿੰਦੇ ਰਹੇ ਕਿ ਫਸਲਾਂ ਤੇ MSP ਸੀ, MSP ਹੈ ਅਤੇ MSP ਰਹੇਗੀ। ਕੇਂਦਰ ਦਾ ਕਹਿਣਾ ਸੀ ਕਿ ਮੌਜੂਦਾ MSP ਬਣਤਰ 'ਚ ਕੋਈ ਵੀ ਬਦਲਾਅ ਸਰਕਾਰ ਵੱਲੋਂ ਨਹੀਂ ਕੀਤਾ ਜਾ ਰਿਹਾ, ਪਰ ਇਸ ਦੇ ਬਾਵਜੂਦ ਵੀ ਕਿਸਾਨ ਸਰਕਾਰ ਦੇ ਭਰੋਸੇ ਤੋਂ ਅਸੰਤੁਸ਼ਟ ਰਹੇ ਅਤੇ ਘੱਟੋ-ਘੱਟ ਸਮਰਥਨ ਮੁੱਲ ਤੇ ਕਾਨੂੰਨ ਬਣਾਉਣ ਦੀ ਮੰਗ ਕਰਦੇ ਹੀ ਰਹੇ। ਕਿਸਾਨਾਂ ਦਾ ਤਰਕ ਹੈ ਕਿ ਉਹਨਾਂ ਨੂੰ ਜਿਣਸਾਂ ਤੇ ਵਾਜਬ ਕੀਮਤਾਂ ਜਾਂ ਫਿਰ ਮਿੱਥੀਆਂ ਕੀਮਤਾਂ ਨਹੀਂ ਦਿੱਤੀਆਂ ਜਾਂਦੀਆਂ। ਹੁਣ ਤੱਕ MSP ਕਾਰਜਕਾਰੀ ਆਰਡਰ ਰਾਹੀਂ ਮਿਲਦੀ ਹੈ, ਪਰ ਕਿਸਾਨ ਇਸ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਕਰ ਰਹੇ ਨੇ। ਇਹ ਵੀ ਦੱਸੀਏ ਕਿ ਮੌਜੂਦਾ ਸਮੇਂ 23 ਫਸਲਾਂ ਤੇ MSP ਮਿਲਦੀ ਹੈ, ਪਰ ਇਸ ਦੇ ਬਾਵਜੂਦ ਬਹੁਤੀਆਂ ਫਸਲਾਂ ਤੈਅ ਕੀਮਤਾਂ ਤੋਂ ਥੱਲੇ ਹੀ ਖਰੀਦੀਆਂ ਜਾਂਦੀਆਂ ਨੇ। ਕਿਸਾਨਾਂ ਦੀ ਮੰਗ ਹੈ ਕਿ MSP ਸਾਰੀਆਂ ਫਸਲਾਂ ਤੇ ਸਾਰੇ ਕਿਸਾਨਾਂ ਲਈ ਕਾਨੂੰਨੀ ਬਣਾਇਆ ਜਾਵੇ। ब्यूरो रिपोर्ट, न्यूज़ 18 पंजाब। ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ।